हेलो दोस्तों, ਅੱਜ जो ਆਪਾਂ ਗੱਲ ਕਰਨ ਜਾ ਰਹੇ ਹਾਂ NTSC NMMS ਹਰੇਕ ਤਰ੍ਹਾਂ ਦੇ ਮਲਟੀਪਲ ਦੇ ਲਈ ਬਹੁਤ ਇੰਪੋਰਟੈਂਟ ਟੌਪਿਕ ਪਰਸੈਂਟੇਜ ਦੀ ਗੱਲ ਕਰਨ ਜਾ ਰਹੇ ਹਾਂ, ਪ੍ਰਤੀਸ਼ਤ ਦੀ ਗੱਲ ਕਰਨ ਜਾ ਰਹੇ ਹਾਂ। नो डाउट इस टॉपिक ਨੂੰ तो किते ना किते टफ ਮੰਨਿਆ ਜਾਂਦਾ ਹੈ, बड़ा औखा ਮੰਨਿਆ ਜਾਂਦਾ ਹੈ, पर दोस्तों ਆਪਾਂ जो ਅੱਜ ਗੱਲ ਕਰਾਂਗੇ बड़ी शॉर्ट तरीके ਨਾਲ ਗੱਲ ਕਰਾਂਗੇ। सिर्फ दो पॉइंट्स ਤੇ डिस्कस करांगे। अगर वो दो पॉइंट्स क्लियर हो गए परसेंटेज सारी क्लियर हो जानी है। की है सब तो पहली गल जो याद रखनी है, हरेक संख्या अपने आप दा 100% होंदी है। सब तो पहली लाइन तो तुसी ये याद रखनी है। ਜਦੋਂ ਕਿਸੇ ਵੀ ਸੰਖਿਆ ਦੀ ਗੱਲ ਆਈ, ਮੰਨ ਲਓ 5 ਦੀ ਗੱਲ ਕਰਦੇ ਆ, 18 ਦੀ ਗੱਲ ਕਰਦੇ ਆ, 24 ਦੀ ਗੱਲ ਕਰਦੇ ਆ, 350 ਦੀ ਗੱਲ ਕਰਦੇ ਆ, ਤਾਂ ਹਰੇਕ ਸੰਖਿਆ ਆਪਣੇ ਆਪ ਦਾ 100% ਹੁੰਦੀ ਹੈ। ਇਹ ਇਹਦਾ ਪਹਿਲਾ ਰੂਲ ਹੈ ਜੋ ਤੁਸੀਂ ਧਿਆਨ 'ਚ ਰੱਖਣਾ ਹੈ। ਸਿਰਫ ਦੋ ਰੂਲ ਦੇ ਆਪਾਂ ਪਰਸੈਂਟੇਜ ਦੀ ਗੱਲ ਕਰਾਂਗੇ। 350 ਦਾ 100%। ਕਿਉਂ? क्योंकि जो इनू हल किया 5 का मतलब गुना 100%, 100/100 कट गया, अपने कोल की आ गया 5 आ गया। तो पहला रूल की हो गया, हरेक संख्या अपने आप का 100% होंदी है, अपने आप दे विच 100% होंदी है। दूसरा ते दा मेन रूल की कहता है, जदों किसी संख्या विच वाधा प्रतिशत ਜਾਂ ਘਾਟਾ प्रतिशत ਹੋਵੇ ਤਾਂ ਉਸ ਨੂੰ 100 ਵਿੱਚ प्लस या माइनस करना है। ਇਹ ਇਹਦਾ दूसरा रूल है। ਇਹਦਾ मतलब ਕੀ ਹੈ मैं समझाना। ਮੰਨ ਲਓ ਆਪਾਂ ਨੂੰ कहता ਕਿਸੇ ਸੰਖਿਆ ਦੇ ਵਿੱਚ 10% ਵਾਧਾ ਹੋਇਆ, ਇਹਨੂੰ ਸੋਚ ਜੋੜਿਆ ਤਾਂ ਅਸਲ ਦੇ ਵਿੱਚ ਉਹ ਸੰਖਿਆ ਕਿੰਨੀ ਬਣ ਗਈ? 110%। ਦੇਖੋ ਇਹ ਹੋ ਗਿਆ ਸੰਖਿਆ ਵਿੱਚ 10% ਵਾਧਾ। ਹੁਣ ਸੰਖਿਆ ਪਹਿਲੀ ਲਾਈਨ ਆਪਣੇ ਆਪ ਚ ਕਿੰਨੀ ਹੋ ਗਈ? 100%। ਤਾਂ 100 ਦੇ ਵਿੱਚ ਆਪਾਂ 10% ਵਧਾਤਾ, ਕਿੰਨਾ ਹੋ ਗਿਆ? 110%। ਤਾਂ ਜਦੋਂ ਵਾਧੇ ਘਾਟੇ ਦੀ ਗੱਲ ਆਣੀ ਹੈ, ਉਹਨੂੰ ਆਪਾਂ प्रतिशत ਤੇ ਗੱਲ ਆਣੀ ਹੈ, ਆਪਾਂ ਉਹਨੂੰ 100 ਚ ਜੋੜਨਾ ਹੈ। ਸੇਮ ਕੋਈ ਸੰਖਿਆ 10% ਘਟ ਗਈ, ਸੰਖਿਆ ਆਪਣੇ ਆਪ ਚ ਕਿੰਨੀ ਹੈ? 100%। 10 ਘਟ ਗਈ ਹੋਰ ਤਾਂ ਕਿੰਨੇ प्रतिशत ਰਹਿ ਗਈ? 90%। ਤਾਂ ਜਦੋਂ ਵਾਧਾ ਜਾਂ ਘਾਟਾ प्रतिशत ਆਪਾਂ ਨੂੰ ਦੇਤਾ, ਆਪਾਂ ਸਿਰਫ ਉਹਨੂੰ 100 ਦੇ ਵਿੱਚ ਪਲੱਸ ਮਾਈਨਸ ਕਰਨਾ ਹੈ। अगर किसी संख्या 20% वाधा हो गया तो असल चो कितनी होगी? 120%। 30% घाटा हो गया, 100 चो 30 घटाए, वो संख्या कितनी रहेगी? 70% रहेगी। तो सिर्फ आ दो रूल, आ दो नियम, दो पिलर ने जिस ते आप परसेंटेज करांगे। बिल्कुल सिर्फ आ दो दे हाफ ते आप देखो क्वेश्चन हल करांगे। क्वेश्चन किवें हल करांगे? हुण देखो कोई वड्डा लिजाण दी लोड़ नहीं, क्योंकि आप मल्टीपल की गल करनी है, आप बड़े सौखे एक लाइन च करांगे। किसी संख्या विच 10% वाधा हुंदा है अते फिर उस संख्या विच 10% वाधा हुंदा है। ਤਾਂ ਸੰਖਿਆ ਵਿੱਚ ਕੁੱਲ ਕਿੰਨੇ प्रतिशत ਵਾਧਾ ਹੋਇਆ? ਆ ਕੁਐਸਚਨ ਹੈ ਆਪਣੇ ਕੋਲੇ। ਤਾਂ ਦੇਖੋ ਕੀ ਕਿਹਾ ਗਿਆ ਹੈ, ਇੱਕ ਸੰਖਿਆ ਵਿੱਚ 10% ਵਾਧਾ 110% ਹੋ ਗਿਆ। 110/100 यही आप गल की सी। जो वाधा आ गया तो आप 100 जोड़ांगे, घाटा प्रतिशत आ गया 100 घटावांगे, फिर ਉਹਦੇ ਵਿੱਚ 10% वाधा हो गया। ਇਹਨਾਂ ਦੀ कर दो गुना, ਤੁਹਾਡਾ ਸਿੱਧਾ आंसर आ जू। तो जो हल करना है, एक गल ਨੂੰ हमेशा याद रखना है, सौखे करने के लिए आप सिर्फ जीरोआं ਨੂੰ कटांगे। 11 121/100 तो वह 121% होगी। संख्या 100 तो शुरू हुई, अपने आप 100% बन गई ना, 121% हो गई तो किन्ने प्रतिशत वाधा हो गया?
21% ਵਾਧਾ ਹੋ ਗਿਆ। ਹੋਰ ਕੁਐਸਚਨ ਆਪਾਂ ਦੇਖਦੇ ਹਾਂ। ਕਿਸੇ ਸੰਖਿਆ ਵਿੱਚ 20% ਵਾਧਾ ਹੁੰਦਾ ਹੈ, ਪਲੱਸ ਮੈਂ ਲਿਖ ਰਿਹਾ ਸ਼ਾਰਟ ਫਾਰਮ ਵਾਧਾ, ਅਤੇ ਫਿਰ 10% ਕਮੀ ਹੁੰਦੀ ਹੈ ਜਾਂ ਕਟੌਤੀ ਹੁੰਦੀ ਹੈ, ਤਾਂ ਸੰਖਿਆ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਇਆ। ਸੰਖਿਆ 'ਚ 20% ਵਾਧਾ 120/100, 10% ਕਮੀ 90/100। ਸਿਰਫ ਜ਼ੀਰੋਆਂ ਕੱਟਣੀ ਹੈ। ਆਪਾਂ ਨੂੰ ਪਤਾ 1210 ਕੱਟਿਆ ਜਾਊਗਾ, 1200 ਕੱਟਿਆ ਜਾਊਗਾ, ਪਰ ਨਹੀਂ ਕੱਟਣਾ। ਕੁਐਸਚਨ ਦੀ ਕੈਲਕੂਲੇਸ਼ਨ ਬੜੀ ਸੌਖੀ ਬਣ ਜੂ ਅਗਰ ਆਪਾਂ ਜ਼ੀਰੋਆਂ ਹੀ ਕੱਟਾਂਗੇ। ਦੇਖੋ 12×9 108/100, ਤਾਂ ਅਸਲ ਦੇ ਵਿੱਚ ਸੰਖਿਆ ਕਿੰਨੀ ਬਣ ਗਈ 108%। ਕਿੰਨੇ ਤੋਂ 100% ਤੋਂ, ਤਾਂ ਕਿੰਨੀ ਵੱਧ ਗਈ +8%। 100 ਤੋਂ 108 ਹੋ ਗਈ ਨਾ, ਤਾਂ ਕਿੰਨੀ ਹੋ ਗਈ +8। ਇੱਥੇ ਆਪਾਂ ਡਾਇਰੈਕਟ ਨਹੀਂ ਕਰਾਂਗੇ। ਅਗਰ ਤੁਸੀਂ ਕਹੋ ਸੋਚੋ ਕਿ 20 ਵੱਧ ਗਈ 10 ਘਟ ਗਈ, ਫਰਕ 10 ਰਹਿ ਗਿਆ, ਜਾਂ 10 ਵੱਧ ਗਈ ਫਿਰ 10 ਵੱਧ ਗਈ 20, ਉਹ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ, ਇਹ ਆਪਾਂ ਅਗਲੇ ਫੇਸ 'ਚ ਗੱਲ ਕਰਾਂਗੇ। ਪਹਿਲਾਂ ਆਪਾਂ ਇਸ ਤਰ੍ਹਾਂ ਦੇ ਕੁਐਸਚਨਾਂ ਤੇ ਗੱਲ ਕਰਦੇ ਹਾਂ। ਅੱਗੇ ਕੁਐਸਚਨ ਆ ਗਿਆ, ਕਿਸੇ ਸੰਖਿਆ ਵਿੱਚ 20% ਵਾਧਾ ਪਲੱਸ ਅਤੇ ਫਿਰ 20% ਕਮੀ ਹੁੰਦੀ ਹੈ, ਸੰਖਿਆ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਇਆ। ਕੁਐਸਚਨ ਇਹ ਹੈ। ਉਵੇਂ ਫਿਰ 20% ਵੱਧ ਗਿਆ, 100 'ਚ 20 ਜੋੜ ਤੇ 120/100, 20 ਘਟ ਗਿਆ, 100 'ਚ 20 ਘਟਾਤੇ 80/100। ਕੱਲੀਆਂ ਜ਼ੀਰੋਆਂ ਕੱਟਣੀਆਂ ਸੌਖਾ ਕਰਨ ਦੇ ਲਈ। 12×8 96/100, ਤਾਂ ਸੰਖਿਆ ਕਿੰਨੀ ਰਹਿ ਗਈ 96%। ਆਪਣੇ ਆਪ ਚੋਂ ਕਿੰਨੀ ਹੁੰਦੀ ਹੈ 100%। 100 ਤੋਂ 96% ਰਹਿ ਗਈ, ਤਾਂ ਇਹਦਾ ਮਤਲਬ ਕਿੰਨੇ ਪ੍ਰਤੀਸ਼ਤ ਘਟ ਗਈ 4% ਸੰਖਿਆ ਘਟ ਗਈ। ਤਾਂ ਇਸ ਟਾਈਪ ਦੇ ਕੁਐਸਚਨਸ ਨੇ, ਦੇਖੋ ਆਪਾਂ ਬਿਲਕੁਲ ਸਿੱਧੇ ਕੁਐਸਚਨਸ ਹੋ ਰਹੇ ਨੇ, ਅੱਧੀ ਲਾਈਨਸ ਹੱਲ ਕਰ ਰਹੇ ਹਾਂ। ਹੋਰ ਦੇਖੋ, ਕਿਸੇ ਵਸਤੂ ਦੀ ਕੀਮਤ ਵਿੱਚ 10% ਵਾਧਾ, ਫਿਰ 20% ਵਾਧਾ ਅਤੇ ਫਿਰ 10% ਕਟੌਤੀ ਹੋਈ, ਤਾਂ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਇਆ। ਕੁਐਸਚਨ ਇਹ ਆ ਗਿਆ। ਫਿਰ ਉਵੇਂ ਚੱਲਾਂਗੇ। 10 ਵਾਧੇ ਦਾ ਮਤਲਬ 110, 20 ਦਾ ਮਤਲਬ 120, 10 ਮਾਈਨਸ ਦਾ ਮਤਲਬ 90। ਆਪਾਂ ਡਾਇਰੈਕਟ ਸੋਚ ਕਰਨਾ ਹੈ, ਤਾਂ ਇਕੱਲੀਆਂ ਜ਼ੀਰੋਆਂ, ਇੱਕ ਨਾਲ ਇੱਕ, ਇੱਕ ਨਾਲ ਇੱਕ, ਇੱਕ ਨਾਲ ਇੱਕ ਜ਼ੀਰੋ ਗੁਣਾ ਕਰਾਂਗੇ। 11 12 132, 132 ਦੀ 9 ਨਾਲ, 9 ਦੂਣੀ 18, 1 13 ਨਾਲ 117, 1 118 ਹਜ਼ਾਰ ਆ ਗਿਆ। ਇੰਨਾ ਆ ਗਿਆ ਕਿਉਂਕਿ ਪ੍ਰੋਬਲਮ ਹੁਣ ਆਪਣੇ ਕੋਲੇ ਪ੍ਰਤੀਸ਼ਤ ਹੈ। ਪ੍ਰਤੀਸ਼ਤ 'ਚ ਆਪਾਂ ਨੂੰ 100 ਚਾਹੀਦਾ ਹੈ, ਇੱਥੇ ਆਪਣੇ ਕੋਲੇ ਕੀ ਹੈ 1000 ਹੈ, ਤਾਂ ਆਪਾਂ ਕੀ ਕਰਾਂਗੇ ਇੱਕ ਜ਼ੀਰੋ ਨੂੰ ਪਹਿਲਾਂ ਉੱਪਰ ਐਡਜਸਟ ਕਰ ਦਾਂਗੇ, ਉਹ ਬਣ ਗਿਆ ਦਸ਼ਮਲਵ। ਤਾਂ ਅਸਲ 'ਚ ਫਿਰ ਕੀ ਬਣ ਗਿਆ 118.8%। 100 ਤੋਂ ਵਸਤੂ ਦੀ ਕੀਮਤ ਆਪਣੇ ਆਪ 'ਚ ਕਿੰਨੀ ਹੋ ਗਈ 100%, 100 ਤੋਂ 118.8% ਹੋ ਗਈ, ਤਾਂ ਜਿਹੜਾ ਆਪਣਾ ਆਨਸਰ ਆ ਗਿਆ ਉਹ ਕਿੰਨਾ ਆ ਗਿਆ 18.8% ਆ ਗਿਆ। ਬਿਲਕੁਲ ਸਿਰਫ ਇਹੀ ਲੇਆਊਟ ਆਪਾਂ ਗੱਲ ਕਰਾਂਗੇ। ਹੁਣ ਆਪਾਂ ਦੋ ਕੁਐਸਚਨ ਦੇਖ ਰਹੇ ਹਾਂ ਹੋਰ ਵਧੀਆ ਜੇ। ਇੱਕ ਸੰਖਿਆ ਵਿੱਚ ਜਾਂ ਇੱਕ ਵਸਤੂ ਦੀ ਕੀਮਤ ਵਿੱਚ 20% ਵਾਧਾ ਹੋਇਆ, ਫਿਰ 20% ਵਾਧਾ ਹੋਇਆ, ਤਾਂ ਸੰਖਿਆ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਇਆ। 20% ਵਾਧੇ ਦਾ ਮਤਲਬ 120/100, 20 ਫੇਰ ਵੱਧ ਗਿਆ 120/100। ਕੱਲੀਆਂ ਜ਼ੀਰੋਆਂ, ਮੈਂ ਬਾਰ-ਬਾਰ ਇੱਕੋ ਗੱਲ ਤੇ ਕਰ ਰਿਹਾ, ਕੱਲੀਆਂ ਜ਼ੀਰੋਆਂ। 12 12 144/100, 144% ਹੋ ਗਈ, ਤੇ ਸੰਖਿਆ ਆਪਣੇ ਆਪ 'ਚ ਕਿੰਨੀ ਸੀ 100%। 100 ਤੋਂ 144% ਹੋ ਗਈ, ਤਾਂ ਸੰਖਿਆ ਕਿੰਨੀ ਵੱਧ ਗਈ
प्लस 44%। ਇਹ ਤਾਂ ਹੋ ਗਏ ਕੁਐਸਚਨ ਆਪਣੇ ਸੰਖਿਆ ਦੇ ਨਾਲ ਸੰਬੰਧਿਤ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਆਪਾਂ, ਕਿਉਂਕਿ ਪ੍ਰਤੀਸ਼ਤ ਟੌਪਿਕ ਜੋ ਹੈ ਉਹ ਹਰੇਕ ਦੇ ਵਿੱਚ ਆ ਰਿਹਾ, ਹਰੇਕ ਐਕਟੀਵਿਟੀ ਦੇ ਵਿੱਚ ਆ ਰਿਹਾ, ਹਰੇਕ ਕਨਸੈਪਟ ਚ ਆ ਰਿਹਾ। ਦੇਖੋ ਕਿਵੇਂ, ਇੱਕ ਵਰਗ ਦੀ ਭੁਜਾ ਵਿੱਚ 10% ਵਾਧਾ ਹੁੰਦਾ ਹੈ, ਉਸਦੇ ਖੇਤਰਫਲ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਜਾਂ ਇੱਕ ਤਿਕੋਣ ਦੀ ਹਰੇਕ ਭੁਜਾ 10% ਵਧਦੀ ਹੈ ਤਾਂ ਉਸ ਦੇ ਖੇਤਰਫਲ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਦੋ ਸਟੇਟਮੈਂਟਾਂ। ਤੀਸਰੀ, ਇੱਕ ਚੱਕਰ ਦਾ ਅਰਧ ਵਿਆਸ 10% ਵਾਧਾ ਹੈ, ਉਸ ਦੇ ਖੇਤਰਫਲ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਮੈਂ 3 ਕੁਐਸਚਨ ਲਿਖ ਰਿਹਾ ਇੱਥੇ ਤੇ ਸਭ ਤੋਂ ਇੰਪੋਰਟੈਂਟ ਗੱਲ ਪਤਾ ਕੀ ਹੈ, ਤਿੰਨਾਂ ਦਾ ਆਨਸਰ ਇੱਕੋ ਹੀ ਹੈ। ਕਿਉਂ? ਗੱਲ ਨੂੰ ਬੜੀ ਇੰਪੋਰਟੈਂਟ ਸਮਝਣਾ। ਇੱਥੇ ਖੇਤਰਫਲ ਦੀ ਗੱਲ ਕਰਦੇ ਹਾਂ। ਆਪਾਂ ਨੂੰ ਪਤਾ ਹੈ ਖੇਤਰਫਲ ਵਰਗ ਇਕਾਈਆਂ ਹੁੰਦਾ ਹੈ। ਖੇਤਰਫਲ ਵਰਗ ਇਕਾਈਆਂ ਹੁੰਦਾ ਹੈ। ਅਗਰ ਮੈਂ ਵਰਗ ਦਾ ਖੇਤਰਫਲ ਲਿਖੂੰਗਾ, ਭੁਜਾ ਗੁਣਾ ਭੁਜਾ, ਭੁਜਾ ਦੀ 2 ਵਾਰ ਗੁਣਾ। ਤਿਕੋਣ ਦਾ ਖੇਤਰਫਲ ਹੈ, ਆਪਣੇ ਕੋਲੇ ਅਲੱਗ-ਅਲੱਗ ਤਿਕੋਣਾਂ ਦੇ ਖੇਤਰਫਲ ਨੇ। ਆਧਾਰ ਗੁਣਾ ਲੰਬ ਵਟਾ 2, √3/4, ਭੁਜਾ ਗੁਣਾ ਭੁਜਾ, ਹਰੇਕ ਤਰ੍ਹਾਂ ਦੇ ਨੇ ਆਪਣੇ ਕੋਲੇ। ਠੀਕ। ਚੱਕਰ ਦੇ ਖੇਤਰਫਲ ਦੀ ਗੱਲ ਕਰਾਂਗੇ, πr ਦੀ 2। ਤਿੰਨਾਂ 'ਚ ਖਾਸੀਅਤ ਕੀ ਹੈ? ਭੁਜਾ ਦੀ 2 ਵਾਰ ਗੁਣਾ, ਆਧਾਰ ਲੰਬ ਦੀ ਗੁਣਾ ਕੀਤੀ, ਮਤਲਬ 2 ਦੀ ਆਪਸ 'ਚ ਗੁਣਾ ਹੋਈ ਹੈ, 2 ਦੀ ਗੁਣਾ ਹੋਈ ਹੈ, r ਦੀ 2 ਵਾਰ ਗੁਣਾ ਹੋਈ ਹੈ। ਤਾਂ ਅਸਲ ਦੇ ਵਿੱਚ ਕੀ ਕੀਤਾ ਗਿਆ ਹੈ, ਕਿਉਂਕਿ ਵਰਗ ਇਕਾਈਆਂ ਇਸੇ ਕਰਕੇ ਹੈ ਕਿਉਂਕਿ 2 ਭੁਜਾ ਦੀ ਗੁਣਾ ਹੁੰਦੀ ਹੈ। ਸੈਂਟੀਮੀਟਰ ਗੁਣਾ ਸੈਂਟੀਮੀਟਰ ਵਰਗ ਸੈਂਟੀਮੀਟਰ, ਆਪਾਂ ਤਾਂ ਹੀ ਲਿਖਦੇ ਹਾਂ ਨਾ, ਸੈਂਟੀਮੀਟਰ ਗੁਣਾ ਸੈਂਟੀਮੀਟਰ ਵਰਗ ਸੈਂਟੀਮੀਟਰ। ਤਾਂ ਫਿਰ ਅਸਲ ਦੇ ਵਿੱਚ ਕੀ ਹੋ ਗਿਆ, ਆਹਾ ਆਹਾ ਆਹਾ, ਤੇ ਜੇ ਇੱਥੇ 10 ਹੁੰਦਾ, ਅਗਰ ਇੱਥੇ 10 ਹੁੰਦਾ, ਉਰੇ 110 ਹੋ ਗਿਆ, ਇੱਥੇ 110 ਹੋ ਗਿਆ, ਜ਼ੀਰੋਆਂ ਕੱਟ ਗਈਆਂ, 121/100, 121%। ਇਹ ਚਾਰੋਂ ਕੁਐਸਚਨ ਇੱਕੋ ਹੀ ਨੇ। ਤੁਸੀਂ ਕੀ ਫਾਰਮੂਲਾ ਮੈਟਰ ਨਹੀਂ ਕਰਦਾ, ਸਿਰਫ ਇੱਕ ਚੀਜ਼ ਮੈਟਰ ਕਰਦੀ ਹੈ ਕਿ ਖੇਤਰਫਲ ਦੀ ਗੱਲ ਚੱਲ ਰਹੀ ਹੈ ਤੇ ਖੇਤਰਫਲ ਵਰਗ ਇਕਾਈਆਂ ਨੇ। ਵਰਗ ਇਕਾਈਆਂ ਦਾ ਮਤਲਬ ਭੁਜਾ ਦੀ ਉੱਥੇ 2 ਵਾਰ ਗੁਣਾ ਹੁੰਦੀ ਹੈ, ਉਹਦੇ ਅੱਗੇ ਕੀ ਪਿਆ, 1/2 ਪਿਆ, ਪਾਈ ਪਿਆ, ਆਪਾਂ ਨੂੰ ਕੋਈ ਮਤਲਬ ਨਹੀਂ। ਯੈਸ, ਆਪਾਂ ਡਾਇਰੈਕਟ ਹੱਲ ਕਰਾਂਗੇ। ਵਰਗ ਦੀ ਭੁਜਾ 'ਚ 10% ਵਾਧਾ ਹੋ ਗਿਆ, ਸਹੀ ਹੈ। ਤਾਂ ਵਰਗ ਦੀ ਭੁਜਾ ਕਿੰਨੀ ਬਣ ਗਈ, 110/100। ਖੇਤਰਫਲ ਵਰਗ ਇਕਾਈਆਂ 2 ਵਾਰ ਗੁਣਾ ਕਰਤੀ, 121%। ਤਾਂ ਕਿੰਨਾ ਵਾਧਾ ਹੋ ਗਿਆ, 21। ਅਰਧ ਵਿਆਸ 10% ਵੱਧ ਗਿਆ, 110/100। ਅਰਧ ਵਿਆਸ ਦੀ 2 ਵਾਰ ਗੁਣਾ ਹੁੰਦੀ ਹੈ, 121%। ਕਿੰਨਾ ਆਂਸਰ ਆ ਗਿਆ, 21%। ਤਿਕੋਣ ਦੀ ਭੁਜਾ 10% ਵੱਧ ਗਈ, 102। ਤਾਂ ਕਨਸੈਪਟ ਇੱਕੋ ਹੈ। ਕੀ ਫਾਰਮੂਲਾ ਦੇਖੋ, ਪ੍ਰਤੀਸ਼ਤ ਦੇ ਕੇਸ ਇੱਥੇ ਨਹੀਂ ਮੈਟਰ ਕਰ ਰਿਹਾ ਕੀ ਫਾਰਮੂਲਾ ਚੱਲ ਰਿਹਾ, ਸਿਰਫ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਉਹ ਵਰਗ ਇਕਾਈ ਹੈ ਜਾਂ ਘਨ ਇਕਾਈ ਹੈ। ਇਸੇ ਕੁਐਸਚਨ ਨੂੰ ਮੈਂ ਥੋੜਾ ਜਿਹਾ ਹੋਰ ਅੱਗੇ ਲੈ ਕੇ ਚੱਲਦਾ। ਕੁਐਸਚਨ ਆ ਗਿਆ, ਇੱਕ ਗੋਲੇ ਦੇ ਅਰਧ ਵਿਆਸ ਵਿੱਚ 10% ਵਾਧਾ ਕੀਤਾ ਗਿਆ, ਉਸ ਦੀ ਸਤ੍ਹਾ ਦੇ ਖੇਤਰਫਲ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਹੁਣ ਅਰਧ ਵਿਆਸ ਕਿੰਨਾ ਹੋ ਗਿਆ, 110/100। ਸਤ੍ਹਾ ਦਾ ਖੇਤਰਫਲ ਕਿਹੜੀ ਇਕਾਈ ਹੁੰਦੀ ਹੈ, ਵਰਗ ਜਾਂ ਘਨ, ਵਰਗ ਇਕਾਈ ਹੁੰਦੀ ਹੈ। ਤਾਂ ਇੱਥੇ ਆਪਣੀ 2 ਵਾਰ ਗੁਣਾ ਹੋ ਗਈ। ਠੀਕ ਹੋ ਗਿਆ। ਅਗਰ ਹੁਣ ਦੇਖੋ ਥੋੜਾ ਜਿਹਾ ਮੈਂ ਹੋਰ ਚੇਂਜ ਕਰ ਰਿਹਾ, ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਗਰ ਇੱਥੇ ਹੁੰਦਾ ਆਇਤਨ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੈ, ਆਇਤਨ, ਅਰਧ ਵਿਆਸ ਤਾਂ 110 ਹੋ ਗਿਆ, ਆਇਤਨ ਦੀ ਖਾਸੀਅਤ
ਇਹ ਘਨ ਇਕਾਈਆਂ ਨੇ। ਘਨ ਇਕਾਈਆਂ ਦਾ मतलब ਕੀ ਹੁੰਦਾ? 3 ਵਾਰ ਗੁਣਾ। ਤਾਂ ਆਪਾਂ ਇਹਦੇ 3 ਵਾਰ ਗੁਣਾ ਕਰਦੇ, 3 ਜ਼ੀਰੋਆਂ ਕੱਟ ਗਈਆਂ, 1331 ਵਟਾ 1000, ਇੱਕ ਜ਼ੀਰੋ ਨੂੰ ਉੱਪਰ ਲੈ ਗਏ, 133.1 ਵਟਾ 100 ਤਾਂ ਕਿੰਨਾ ਆ ਗਿਆ? प्लस 33.1%। ਇਹ ਸਿਰਫ ਤੁਹਾਡੇ ਮਾइंड 'ਚ ਇੱਕੋ ਚੀਜ਼ ਚੱਲਣੀ ਚਾਹੀਦੀ ਹੈ ਕਿ ਉਹ ਵਰਗ ਇਕਾਈ ਹੈ ਜਾਂ ਘਨ ਇਕਾਈ। ਤਾਂ ਪਰਸੈਂਟੇਜ ਜਿਵੇਂ ਚੱਲ ਰਹੀ ਹੈ ਤੁਹਾਡੇ ਸਾਰੇ ਕੁਐਸਚਨ ਇਹਦੇ ਵਿੱਚ ਆ ਜਾਣਗੇ। ਜਿੰਨੇ ਮਰਜ਼ੀ ਕੁਐਸਚਨ ਹੁਣ ਹੋਣ, ਬੜੀ ਆਸਾਨੀ ਦੇ ਨਾਲ ਤੁਸੀਂ ਇਸ ਨੂੰ ਹੱਲ ਕਰ ਸਕਦੇ ਹੋ। ਇਹ ਹੋ ਗਿਆ ਪਹਿਲਾ ਫੇਜ਼। ਹੁਣ ਆਪਾਂ ਗੱਲ ਕਰ ਰਹੇ ਹਾਂ ਦੂਸਰੇ ਫੇਜ਼ ਦੀ, ਜਿੱਥੇ ਗੱਲ ਚੱਲਦੀ ਹੈ ਇਹਦੇ ਆਧਾਰ ਦੀ, ਬੇਸ ਦੀ। ਕੀ ਹੁੰਦਾ ਹੈ ਆਪਾਂ ਹੁਣ ਉਸ ਤੇ ਗੱਲ ਕਰਦੇ ਹਾਂ। ਮੈਂ ਕੁਐਸਚਨ ਲਿਖ ਰਿਹਾ, ਏ ਦੀ ਆਮਦਨ ਬੀ ਤੋਂ 25% ਵੱਧ ਹੈ ਤਾਂ ਬੀ ਦੀ ਆਮਦਨ ਏ ਤੋਂ ਕਿੰਨੇ प्रतिशत ਘੱਟ ਹੋਵੇਗੀ? ਪੀ ਦੀ ਆਮਦਨ Q ਤੋਂ 25% ਘੱਟ ਹੈ ਤਾਂ Q ਦੀ ਆਮਦਨ P ਤੋਂ ਕਿੰਨੇ प्रतिशत ਵੱਧ ਹੋਵੇਗੀ? ਜਾਂ ਮਹਿੰਗਾਈ ਕਾਰਨ ਵਸਤੂਆਂ ਦੀ ਕੀਮਤ ਵਿੱਚ 10% ਵਾਧਾ ਹੋਇਆ ਤਾਂ ਗ੍ਰਾਹਕ ਆਪਣੇ ਉਪਭੋਗ ਵਿੱਚ, ਕੰਜ਼ੰਪਸ਼ਨ ਵਿੱਚ ਜੋ ਵਰਤ ਰਹੇ ਚੀਜ਼ਾਂ, ਕਿੰਨੇ प्रतिशत ਕਟੌਤੀ ਕਰੇ ਕਿ ਆਮਦਨ ਤੇ ਫਰਕ ਨਾ ਪਵੇ? ਆ ਚੀਜ਼ ਆ ਗਈ। ਤਾਂ ਅਸਲ ਦਾ ਕਨਸੈਪਟ ਕੀ ਹੈ? ਪਹਿਲੇ ਕਨਸੈਪਟ ਸਮਝੋ। ਅਗਰ ਵੱਧ ਦੇਤਾ ਤਾਂ ਘੱਟ ਕੱਢਣਾ ਹੈ। A ਤੋਂ B ਅਗਰ ਇੱਕ ਪਾਸੇ ਵੱਧ ਹੈ ਤਾਂ ਦੂਜੇ ਪਾਸੇ ਆਪਾਂ ਨੂੰ ਘੱਟ ਹੱਲ ਕਰਨਾ ਹੈ। ਇੱਕ ਪਾਸੇ ਘੱਟ ਹੈ ਤਾਂ ਦੂਜੇ ਪਾਸਿਓਂ ਆਪਾਂ ਵੱਧ ਪਤਾ ਕਰਨਾ ਹੈ। ਸੇਮ ਦੇਖੋ, ਕੀਮਤ ਵੱਧ ਗਈ, ਕਟੌਤੀ ਕਰੇ, मतलब ਇੱਕ ਪਾਸਿਓਂ ਚੀਜ਼ ਵੱਧ ਰਹੀ ਹੈ ਤਾਂ ਦੂਜੇ ਪਾਸਿਓਂ ਚੀਜ਼ ਘਟੂਗੀ, ਜਾਂ ਇੱਕ ਪਾਸਿਓਂ ਘਟ ਰਹੀ ਹੈ ਦੂਜੇ ਪਾਸਿਓਂ ਕੀ ਹੋਊ? ਚੀਜ਼ ਵਧੂਗੀ। ਉਹ ਕੁਐਸਚਨ ਕੋਈ ਵੀ ਹੋ ਸਕਦਾ। ਕਨਸੈਪਟ ਮੈਂ ਦੱਸ ਰਿਹਾ, ਇੱਕ ਪਾਸਿਓਂ ਵੱਧ ਰਹੀ ਹੈ ਤੇ ਦੂਜੇ ਪਾਸਿਓਂ ਘਟ ਰਹੀ ਹੈ, ਜਾਂ ਇੱਕ ਪਾਸਿਓਂ ਘਟ ਰਹੀ ਹੈ ਦੂਜੇ ਪਾਸਿਓਂ ਵੱਧ ਰਹੀ ਹੈ। ਕਨਸੈਪਟ ਇਹ ਹੈ ਆਪਣਾ। ਇਹਨੂੰ ਹੱਲ ਕਿਵੇਂ ਕਰਨਾ ਹੈ? ਇੱਥੇ ਆਧਾਰ ਦਾ ਕੀ ਰੋਲ ਹੈ? ਦੇਖੋ, ਪਹਿਲੀ ਲਾਈਨ ਕਹਿ ਰਹੀ ਹੈ A ਦੀ ਆਮਦਨ B ਤੋਂ 25% ਵੱਧ ਹੈ। ਅਗਰ B ਦੀ 100 ਹੈ, ਦੂਜੇ ਨੰਬਰ ਵਾਲੀ 100 ਮੰਨਿਆ ਕਰੋ ਹਮੇਸ਼ਾ, A ਦੀ 125 ਹੋਗੀ, ਕਿਉਂਕਿ ਜਿਹੜਾ ਫਰਕ ਪੈਂਦਾ ਦੂਜੇ ਤੇ ਪੈਂਦਾ। ਇੱਥੇ ਦੇਖੋ, P ਦੀ ਆਮਦਨ Q ਤੋਂ 25% ਘੱਟ ਹੈ। ਅਗਰ Q ਦੀ 100 ਹੈ, ਇਹਦੀ 25 ਘਟ ਗਈ, 75 ਰਹਿ ਗਈ। ਠੀਕ ਹੋ ਗਿਆ। ਹੁਣ ਆਪਾਂ ਕੀ ਕੱਢਣਾ ਹੈ? B ਦੀ ਆਮਦਨ A ਤੋਂ ਕਿੰਨੇ प्रतिशत ਘੱਟ ਹੋਵੇਗੀ? ਲਓ ਜੀ, A ਤੋਂ ਪਹਿਲਾਂ ਤਾਂ ਇਹ 25 ਵੱਧ ਗਿਆ, A ਵੱਧ ਗਿਆ ਨਾ, ਇਹੀ ਕਿਹਾ। ਹੁਣ ਜਦੋਂ 25 ਵਧਿਆ ਉਦੋਂ ਆਧਾਰ ਇਹ ਸੀ। 25% ਵਧਣ ਦੇ ਲਈ ਜੋ ਬੇਸ ਸੀ, ਆਧਾਰ ਕੀ ਸੀ? 100 ਸੀ। ਜਦੋਂ 125 ਘਟਾਇਆ ਉਦੋਂ ਆਧਾਰ ਕੀ ਬਣ ਗਿਆ? 125 ਬਣ ਗਿਆ। ਛੋਟੀ ਜਿਹੀ ਐਗਜ਼ਾਮਪਲ ਲੈ ਰਿਹਾ ਮੈਂ, ਆਪਣੇ ਤੇ ਤੁਹਾਡੇ ਹਾਈਟ ਦੀ ਗੱਲ ਕਰ ਰਿਹਾ, ਕੱਦ ਦੀ। ਇੱਕ ਲਾਈਨ ਹੋ ਗਈ ਮੇਰਾ ਕੱਦ ਤੁਹਾਡੇ ਤੋਂ ਵੱਡਾ ਹੈ, ਦੂਸਰੀ ਲਾਈਨ ਹੋ ਗਈ ਤੁਹਾਡਾ ਕੱਦ ਮੇਰੇ ਤੋਂ ਛੋਟਾ ਹੈ। ਕਨਸੈਪਟ ਇੱਕੋ ਹੈ, ਫਰਕ ਕੀ ਪਿਆ? ਪਹਿਲੀ ਲਾਈਨ ਕੀ ਬੋਲੀ ਹੈ? ਮੇਰਾ ਕੱਦ ਤੁਹਾਡੇ ਤੋਂ ਵੱਡਾ ਹੈ। ਆਧਾਰ ਕੀ ਬਣ ਗਏ? ਤੁਸੀਂ ਬਣ ਗਏ, ਤੁਹਾਡੇ ਤੋਂ ਵੱਡਾ ਹੈ। ਪਰ ਦੂਜੀ ਲਾਈਨ 'ਚ ਕੀ ਕਿਹਾ ਹੈ? ਤੁਹਾਡਾ ਕੱਦ ਮੇਰੇ ਤੋਂ ਛੋਟਾ ਹੈ, ਤਾਂ ਉੱਥੇ ਕੰਪੈਰੀਜ਼ਨ ਦੇ ਵਿੱਚ ਆਧਾਰ ਮੈਂ ਬਣ ਗਿਆ। ਤਾਂ ਇਹ ਚੀਜ਼ ਦੇਖੋ, ਦੋਨਾਂ 'ਚ ਬੇਸ ਬਦਲ ਗਏ। ਸੇਮ ਚੀਜ਼ ਇੱਥੇ ਹੈ। ਜਦੋਂ 25 ਵਧਿਆ ਤਾਂ 100 ਤੋਂ 25 ਵਧਿਆ, ਹੁਣ 25 ਘਟ ਰਿਹਾ ਹੈ। ਕਿਸ ਤੋਂ ਘਟ ਰਿਹਾ? 125 ਤੋਂ। ਤਾਂ ਕਿੰਨਾ ਆਂਸਰ ਆ ਗਿਆ? ਆ ਆਪਣਾ ਆਂਸਰ ਆ ਜਾਊਗਾ ਹੱਲ ਕਰਕੇ। ਦੁਬਾਰਾ ਦੇਖੋ, 100 ਤੋਂ 25 ਘਟਿਆ, ਘਟਾਤਾ, ਵੱਧ ਕੱਢਣਾ ਹੈ। 75 ਤੋਂ ਵਧਿਆ, ਕਿੰਨਾ? 25। ਤਾਂ 25/75 ਗੁਣਾ 100, ਇਹ ਹੱਲ ਹੋ ਜੂ। ਤੇ ਫਾਰਮੂਲਾ ਕੀ ਹੁੰਦਾ ਹੈ? ਅਗਰ ਵੱਧ ਦਿੱਤਾ ਹੋਇਆ, ਦੇਖੋ ਵਾਧਾ ਦਿੱਤਾ ਹੈ, ਤਾਂ ਆਪਾਂ ਕੀ ਕੀਤਾ? 25/125।
मतलब R बटा 100 प्लस R, ये फॉर्मूला है। अगर घाटा दिता है, कमी दी है 25% कमी 25 बटे 75, क्योंकि आ फॉर्मूला है। दोहां दे विच आधार बदल गए, सीधा रिजल्ट याद कर सकते हो। जो एक पासों वाधा दिता है तो घाटा इन्ना होगा, अगर घाटा दिता है वाधा इन्ना होगा। देखो इधर 10% वाधा देता तो घाटा कितना हो, 10 बटे 100 प्लस 10 गुना 100। सिंपल। तो आह सी दोस्तों अपने परसेंटेज के जेडे दो फेस ने। पहला फेस ऑलरेडी आप पिछे कर चुके हैं, जिस प्लस माइनस कट्ठे हो रहे हैं। दूजा फेस एक पासों वधा के दूजे पासों घटा रहे हैं, या एक पासों घटा के दूजे पासों वधा रहे हैं। तो यह सी अपने परसेंटेज का मेन टॉपिक। थैंक यू।